ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅੱਜ ਦਾ ਸ਼ੋਅ ਲਾਈਵ ਰਹੇਗਾ ਜੀ। ਤੁਸੀਂ ਆਪਣੀ ਗੱਲਬਾਤ, ਆਪਣੇ ਸਵਾਲ ਸਾਡੇ ਤੱਕ ਸਾਂਝੇ ਕਰ ਸਕਦੇ ਹੋ ਉਸ ਨੰਬਰ ਤੇ ਕਾਲ ਕਰਕੇ ਜਿਹੜਾ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ। ਤੁਹਾਡੇ ਹਰ ਸਵਾਲ ਦੇ ਜਵਾਬ ਦੇਣ ਲਈ ਅਸੀਂ ਜਿਹੜੇ ਸਟੂਡੈਂਟ ਵੀਜ਼ਾ ਐਕਸਪਰਟ ਨੂੰ ਸੱਦਾ ਦਿੱਤਾ। ਪਹਿਲੇ ਤੁਹਾਨੂੰ ਉਹਨਾਂ ਨਾਲ ਮਿਲਾ ਦਿੰਦੇ ਹਾਂ। ਸੈਟਲਿੰਗ ਅਬਰੋਡ ਤੋਂ ਗੌਰਵ ਤਲਵਾਰ ਜੀ ਮੇਰੇ ਨਾਲ ਮੌਜੂਦ ਨੇ। ਗੌਰਵ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਗੌਰਵ ਜੀ, ਅੱਜ ਤੁਹਾਡੇ ਸਾਰੇ ਜਿਹੜੇ ਸਟੂਡੈਂਟ ਵੀਜ਼ਾ ਸੰਬੰਧੀ ਸਵਾਲ ਨੇ ਉਹਨਾਂ ਦੇ ਗੱਲਬਾਤ ਦੇ ਵਿੱਚ ਜਵਾਬ ਦੇਣਗੇ। ਕਾਲ ਤੁਸੀਂ ਕਰਨੀ ਹੈ, ਆਪਣੀ ਸ਼ਮੂਲੀਅਤ ਕਰਨੀ ਹੈ ਤਾਂ ਨੰਬਰ ਜਿਹੜਾ ਚੱਲ ਰਿਹਾ ਉਹ 'ਤੇ ਕਾਲ ਕਰੋ। ਅਸੀਂ ਤੁਹਾਡੀ ਕਾਲ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਇਸ ਸ਼ੋਅ ਦੇ ਵਿੱਚ ਲਈਏ ਤਾਂ ਕਿ ਤੁਹਾਡੇ ਡਾਊਟ ਕਲੀਅਰ ਕਰ ਪਾਈਏ। ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਵੀ ਜਿਹੜੇ AIPs ਕੈਨੇਡਾ ਤੋਂ ਆ ਰਹੀਆਂ ਜਾਂ ਪੇਪਰ ਜਿਹੜਾ ਪਾਸਪੋਰਟ ਰਿਕੁਐਸਟ ਹੈ ਜਿਹਨੂੰ PPR ਕਿਹਾ ਜਾ ਰਿਹਾ ਹੈ, ਉਹਨੂੰ ਲੈ ਕੇ ਕੀ ਸਟੇਟਸ ਚੱਲ ਰਿਹਾ, ਕੀ ਪ੍ਰੈਜ਼ੈਂਟ ਸਿਨੈਰੀਓ ਹੈ, ਕੀ ਕਹਿੰਦਾ ਬਾਜੀ? ਦੇਖੋ, ਜੋ ਬਾਇਓਮੈਟ੍ਰਿਕਸ ਹੈ ਉਹ ਥੋੜ੍ਹੀ ਸੁਲਝ ਗਈਆਂ। ਹੁਣ ਤੁਸੀਂ ਜੋ ਲੇਟੈਸਟ ਇਸ ਸਮੇਂ VFS ਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪੈ ਰਹੀ ਹੈ। ਤੁਸੀਂ ਸਟੇਟ ਜਾ ਕੇ ਵੀ ਜੋ ਬਾਇਓਮੈਟ੍ਰਿਕਸ ਹੈ ਉਹ ਦੇ ਸਕਦੇ ਹੋ। ਦੂਜੀ ਚੀਜ਼ AIPs ਦੇਣ ਦਾ ਮਕਸਦ ਇਹ ਹੈ ਕਿਉਂਕਿ ਇਹ ਜ਼ਰੂਰ ਬੱਚਾ ਧਿਆਨ ਰੱਖੇ। ਜੋ ਬਹੁਤ ਵੱਡੀ ਗਲਤੀ ਬੱਚਾ ਕਰ ਰਿਹਾ ਜਾਂ ਕਰ ਸਕਦਾ ਹੈ ਕਿ AIP ਆਉਣ ਦੇ ਬਾਵਜੂਦ ਵੀ ਐਕਸਟੈਂਸ਼ਨ ਪਾ ਰਿਹਾ। ਬਹੁਤ ਸਾਰੇ ਕਾਲਜ ਯੂਨੀਵਰਸਿਟੀਜ਼ ਨੇ ਕਿਹਾ ਹੈ ਕਿ ਤੁਸੀਂ ਅਗਰ ਸੈਪਟੈਂਬਰ ਲਈ ਆਉਣਾ ਤਾਂ ਪਹਿਲੇ ਵਿਡਰੋ ਫਾਰਮ ਭਰੋ, ਉਸ ਤੋਂ ਬਾਅਦ ਅਸੀਂ ਤੁਹਾਨੂੰ ਨੈਕਸਟ ਇਨਟੇਕ ਦਾ ਜੋ ਹੈ ਉਹ ਲੈਟਰ ਇਸ਼ੂ ਕਰਾਂਗੇ। ਹੁਣ ਜੋ ਪਹਿਲੇ ਕੀ ਸੀ, ਐਕਸਟੈਂਸ਼ਨ ਦਾ ਇੱਕ ਸਿਸਟਮ ਹੁੰਦਾ ਸੀ। ਅਸੀਂ ਮੇਲ ਕਰਤੀ, ਐਕਸਟੈਂਸ਼ਨ ਫੀਸ ਪੇ ਕਰਤੀ, ਲੈਟਰ ਅਪਡੇਟ ਹੋ ਕੇ ਆ ਜਾਂਦਾ ਸੀ। ਹੁਣ ਐਕਸਟੈਂਸ਼ਨ ਦਾ ਸਿਸਟਮ ਵੀ ਕਾਲਜ ਔਰ ਯੂਨੀਵਰਸਿਟੀਜ਼ ਚੇਂਜ ਕਰ ਰਹੀਆਂ ਤਾਂ ਉਹਨਾਂ ਨੂੰ, ਔਰ ਇੱਕ ਡੈਡਲਾਈਨ ਇਹ ਜ਼ਰੂਰ ਹੈ। ਤੁਹਾਡੇ ਕੋਲ ਬਹੁਤ ਸਾਰੇ ਕੇਸਿਸ ਐਸੇ ਵੀ ਨਜ਼ਰ ਵਿੱਚ ਆਏ ਜਿਨ੍ਹਾਂ ਬੱਚਿਆਂ ਦੀ ਆਪਦੀ ਮੇਲ IDs ਸੀਗੀਆਂ ਜਾਂ ਕੰਸਲਟੈਂਟਸ ਨਹੀਂ ਉਹਨੂੰ ਫੋਲੋ ਕਰ ਪਾਏ ਔਰ ਯੂਨੀਵਰਸਿਟੀਜ਼ ਔਰ ਕਾਲਜਿਸ ਨੇ 10-10 ਦਿਨ ਦਾ ਹੀ ਸਿਰਫ ਟਾਈਮ ਦਿੱਤਾ ਸੀ ਕਿ ਇਧਰ ਯੂ ਚੇਂਜ ਕਰ ਲਓ, ਵਿਡਰੋ ਪਾ ਦਿਓ ਜਾਂ ਔਨਲਾਈਨ ਸਟਾਰਟ ਕਰ ਦਿਓ, ਨਹੀਂ ਤਾਂ ਅਸੀਂ ਨੈਕਸਟ ਸੀਟ ਤੁਹਾਨੂੰ ਨਹੀਂ ਦੇ ਪਾਵਾਂਗੇ। ਤਾਂ ਬਹੁਤ ਸੇ ਬੱਚਿਆਂ ਨੂੰ ਜੋ ਅਗਲੇ ਸੈਸ਼ਨ ਵਿੱਚ ਰਿਜ਼ਰਵ ਸੀਟ ਵੀ ਨਹੀਂ ਮਿਲ ਪਾ ਰਹੀ ਹੈ। ਤਾਂ ਇਸ ਲਈ ਇਹ ਬਹੁਤ ਜ਼ਿਆਦਾ ਅਲਰਟ ਰਹਿਣ ਵਾਲਾ ਸਮਾਂ ਹੈ ਜਿਹਦੇ ਵਿੱਚ ਕਿਉਂਕਿ ਔਨਲਾਈਨ ਤੁਹਾਨੂੰ ਕੀ ਕਮਿਊਨੀਕੇਟ ਹੋ ਰਿਹਾ, ਤੁਹਾਡੀ ਕਿਹੜੀ ਮੇਲ ID ਹੈ, ਉਹਨੂੰ ਕਿੱਦਾਂ ਟਰੈਕ ਕੀਤਾ ਜਾ ਰਿਹਾ ਹੈ, ਇਹ ਸਾਰੀ ਚੀਜ਼ਾਂ ਅਗਰ ਇਹਦੇ ਵਿੱਚ ਕਿੱਥੇ ਵੀ ਭੁੱਲ ਚੁੱਕ ਹੋਊਗੀ ਤਾਂ ਫਿਰ ਤੁਹਾਨੂੰ ਪ੍ਰੋਬਲਮ ਇਹ ਸਾਹਮਣੇ ਦੇਖਣ ਨੂੰ ਆਏਗੀ ਕਿ ਹੋ ਸਕਦਾ ਕਿ ਤੁਹਾਡਾ ਇਨਟੇਕ ਜੋ ਹੈ ਉਹ ਮਿਸ ਹੋ ਜਾਏ ਔਰ ਤੁਹਾਨੂੰ ਤੁਸੀਂ AIP ਆਉਣ ਦੇ ਬਾਵਜੂਦ ਵੀ ਜੋ ਹੈ ਉਹ ਪੜ੍ਹ ਨਾ ਪਾਓ ਜਾਂ ਫਲਾਈ ਨਾ ਕਰ ਪਾਓ ਜੀ। ਸੋ ਅਸੀਂ ਕਾਲਾਂ ਦਾ ਸਿਲਸਿਲਾ ਵੀ ਜਾਰੀ ਕਰਾਂਗੇ ਜੀ। ਤੁਸੀਂ ਆਪਣੇ ਸਵਾਲ ਬਿਨਾਂ ਝਿਜਕ ਦੇ ਸਾਨੂੰ ਪੁੱਛ ਸਕਦੇ ਹੋ, ਬਟ ਮੈਂ ਫਿਰ ਬੇਨਤੀ ਕਰ ਦੇਵਾਂ ਰੇਂਜ 'ਚ ਰਹਿ ਕੇ ਕਾਲ ਜਿਹੜੇ ਆ ਉਹ ਕੀਤੇ ਜਾਣ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਪੁੱਛਣਾ ਚਾਹੁੰਦੇ ਹੋ ਜੀ? ਜੀ ਮੈਂ ਆਪਣੇ ਨਾ ਬੇਟੇ ਬਾਰੇ ਪੁੱਛਣਾ ਚਾਹੁੰਦਾ ਸੀ ਜੀ। ਉਹਦਾ ਨਾ ਕੱਲ੍ਹ ਹੀ IELTS ਦਾ ਰਿਜ਼ਲਟ ਆਇਆ, ਉਹਦੇ ਕਿੰਨਾ ਸੀ ਤੱਕ ਫੇਰ ਜੀ 1 ਤੋਂ 5.5 ਆ ਤੇ ਸਰ ਸਾਨੂੰ ਨਾ ਸਮਝ ਨਹੀਂ ਲੱਗ ਰਹੀ ਕਿ ਕਿਹੜੀ ਕੰਟਰੀ ਕਰੀਏ ਕਿਹੜੀ ਨਹੀਂ। ਪਰ ਲੇਕਿਨ ਜਿਹੜੀ ਸਾਡੀ ਪ੍ਰੈਫਰੈਂਸ ਹੈਗੀ ਕੈਨੇਡਾ ਦੀ ਹੈ, ਕੈਨੇਡਾ ਦੀ। ਤੇ ਲੇਕਿਨ ਆਪਾਂ ਨੇ ਇੱਕ ਦੋ ਜਗ੍ਹਾ ਪੁੱਛਿਆ, ਉਹ ਕਹਿੰਦੇ ਜੀ 1 ਤੋਂ 5.5 ਤੱਕ ਦਾ ਵੀਜ਼ਾ ਔਖਾ ਹੋ ਜਾਊਗਾ ਕੈਨੇਡਾ ਦਾ ਤੇ ਸਾਰਿਆਂ 'ਚ 6 ਹੀ ਚਾਹੀਦੇ ਆ। ਇਹ ਦੱਸੋ ਕਿ ਕੈਨੇਡਾ ਹੋ ਜਾਊਗਾ ਜੀ ਮੇਰੇ ਬੇਟੇ ਦਾ? ਸਟੱਡੀ ਕੀ ਕੀਤੀ ਹੋਈ ਹੈ ਜੀ? +2 ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ? ਜੀ +2 ਕੀਤੀ ਹੈ, ਪੂਰੀ ਅਗਲੀ ਦੇ ਵਿੱਚ ਉਹਨੇ ਕੀਤੀ ਮੁੰਡੇ ਦੇ ਆਰਟਸ ਦੇ ਵਿੱਚ। ਕਿੰਨੇ ਨੰਬਰ? ਜੀ ਉਹਦੇ ਨੰਬਰ ਦਾ ਖਾਲੀ 57% ਹੈ ਜੀ। ਇਹਦੇ ਨਾਲ ਮੈਂ 57% ਹੈ ਜੀ। 57%। ਕੀ ਕਹਿਣਾ? ਦੇਖੋ +2 ਆਰਟਸ ਵਾਲਿਆਂ ਲਈ ਮਈ ਇਨਟੇਕ ਲਈ ਬਹੁਤ ਸਾਰੀ ਆਪਸ਼ਨਸ ਅਵੇਲੇਬਲ ਨੇ। ਦੂਜੀ ਚੀਜ਼, ਤੁਹਾਡੇ ਕੋਲ ਦੋ ਚੀਜ਼ਾਂ ਨੇ। ਯੂ ਗੋ ਫॉर ਐਸੋਸੀਏਟ ਡਿਗਰੀ, ਕਿਉਂਕਿ ਜਦੋਂ ਤੁਹਾਡੇ 2 ਵੀ 5.5 ਹੁੰਦੇ ਜਾਂ 1 ਵੀ 5.5 ਹੁੰਦਾ, ਫਿਰ ਸਾਨੂੰ ਕੀ ਆ, ਪ੍ਰੋਵਿੰਸ, ਕਾਲਜ ਔਰ ਕੋਰਸ, ਇਹ ਤਿੰਨੋਂ ਚੀਜ਼ਾਂ ਬਹੁਤ ਸੋਚ ਸਮਝ ਕੇ ਲੈਣੀਆਂ ਪੈਂਦੀਆਂ ਕਿਉਂਕਿ ਸੇਮ ਕਾਲਜ ਜੋ ਹੈ ਉਹ ਕੀ ਹੈ, ਮੈਕਸਿਮਮ ਬੱਚੇ ਕੀ ਕਰਦੇ ਆ ਜੋ ਇਸ ਪੁਆਇੰਟ ਆਫ ਵਿਊ 'ਤੇ ਬਹੁਤ ਲੋਕ ਗਲਤੀ ਕਰਦੇ ਆ। ਉਹਨਾਂ ਦੇ 1 ਵੀ 5.5 ਹੈ ਜਾਂ 2 ਵੀ 5.5 ਹੈ, ਉਹ ਨਾ ਘਬਰਾਉਂਦੇ ਆ। ਉਹ ਸੋਚਦੇ ਆ ਕਿ ਪਤਾ ਨਹੀਂ ਮੇਰਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ। ਉਹਨਾਂ ਨੂੰ ਇਸ ਗੱਲ ਦਾ ਬਹੁਤ ਡਾਊਟ ਹੁੰਦਾ। ਤਾਂ ਉਹਦੇ ਲਈ ਸਭ ਤੋਂ ਜ਼ਿਆਦਾ ਕੀ ਕਰਦੇ, ਦੇ ਗੋ ਐਂਡ ਦੇ ਗੈਟ ਅ ਪੈਕੇਜ। ਉਹਦੇ 'ਚ ਫਿਰ ਉਹ ਆਪਦੀ ਪ੍ਰੋਫਾਈਲ ਜੋ ਹੈ ਮੈਕਸੀਮਮ ਕੀ ਕਰਦੇ ਕਿ ਪ੍ਰਾਈਵੇਟ ਜਾਂ ਸਰਟੀਫਿਕੇਟ ਕੋਰਸ 'ਤੇ ਲਾ ਦਿੰਦੇ ਆ ਕਿ ਚਲੋ ਸਿਰਫ ਇਸ ਚੀਜ਼ ਨੂੰ ਨਹੀਂ ਦੇਖਦੇ ਕਿ ਅਗਰ ਰਿਫਿਊਜ਼ਲ ਆ ਗਈ ਤਾਂ ਉਹ ਰਿਫਿਊਜ਼ਲ ਜੋ ਹੈ ਉਹ ਫਿਰ ਦੁਬਾਰਾ ਉਹਨੂੰ ਰੀਟਰੀਟ ਕਰਨਾ ਬਹੁਤ ਡਿਫਿਕਲਟ ਆ। ਇਸ ਤੋਂ ਚੰਗਾ ਕਿ ਅਸੀਂ ਐਸੋਸੀਏਟ ਡਿਗਰੀ ਜਾਂ ਡਿਪਲੋਮਾ 2 ਸਾਲ ਦਾ ਲਾਂਗੇ, ਕਾਲਜ ਵਧੀਆ ਲਾਂਗੇ, ਕਾਲਜ ਦਾ ਕਿਹੜਾ ਕੈਂਪਸ ਲੈਣਾ, ਕਿਹੜੀ ਪ੍ਰੋਵਿੰਸ ਲੈਣੀ ਹੈ ਔਰ ਜਿਹੜੇ ਤੁਹਾਡੇ ਮੇਨ ਸਬਜੈਕਟ ਆ ਉਹਦੇ 'ਚ ਨੰਬਰ ਕਿਹੜੇ ਨੇ, SOP ਕਿੱਦਾਂ ਲਿਖਣੀ ਹੈ,
ਇਹ ਸਾਰੀ ਚੀਜ਼ਾਂ ਅਗਰ ਸੋਚ ਕੇ ਲਾਵਾਂਗੇ ਦੈਨ ਯੂ ਗੈਟ ਵੀਜ਼ਾ। ਸਿਰਫ ਇਸ ਗੱਲ ਤੇ ਬੱਚੇ ਜ਼ਿਆਦਾਤਰ ਇਸ ਗੱਲ ਤੇ ਆਪ ਦਾ ਡਿਸੀਜਨ ਲੈ ਜਾਂਦੇ ਕਿ ਯਾਰ ਮੈਨੂੰ ਤਾਂ ਵੀਜ਼ਾ ਚਾਹੀਦਾ, ਮੈਂ ਇੱਕ ਵਾਰੀ ਟਰਾਈ ਕਰ ਲੈਣਾ, ਮੇਰੇ ਕਿਹੜਾ ਕੋਈ ਪੈਸੇ ਲੱਗ ਰਿਹਾ। ਪਰ ਪੈਸੇ ਠੀਕ ਹੈ, ਤੁਸੀਂ ਉਸ ਤੋਂ ਬਾਅਦ ਪੈਕੇਜ ਅਸੀਂ ਵੀ ਕਰਦੇ ਹਾਂ, ਤੁਸੀਂ ਉਸ ਤੋਂ ਬਾਅਦ ਦੇਣਾ। ਬਟ ਗੱਲ ਪ੍ਰੋਬਲਮ ਇੱਥੇ ਆਉਂਦੀ ਕਿ ਜੇ ਪੈਕੇਜ ਵੀ ਸਹੀ ਤਰੀਕੇ ਨਾਲ ਨਹੀਂ ਹੋਊਗਾ ਤਾਂ ਵੀ ਤੁਹਾਨੂੰ ਪ੍ਰੋਬਲਮ ਆ ਜਾਊਗੀ। ਮਤਲਬ ਰਿਫਿਊਜ਼ਲ ਵੀ ਜਿਹੜੀ ਹੈ ਉਹ ਅੱਗੇ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ 100%, ਕਿਉਂਕਿ ਉਹਨਾਂ ਨੇ ਕਿਆ ਲਾਇਆ। ਔਰ ਬਹੁਤ ਚੱਕਰ ਇਹ ਹੈ ਕਿ ਇਹ ਨਾ ਹੋਵੇ ਕਿ ਸਿਰਫ ਕਈ ਵਾਰ ਕੀ ਹੁੰਦਾ ਜਿਵੇਂ ਵੰਸ ਰਿਫਿਊਜ਼ਡ ਹੋ ਗਿਆ, ਫਿਰ ਰਿਫਿਊਜ਼ਲ ਨੂੰ ਬਿਨਾਂ ਸੋਚੇ ਸਮਝੇ ਬਹੁਤ ਵਾਰੀ ਕੀ ਕਰਦੇ ਲੋਕ 3 ਵਾਰੀ 4 ਵਾਰੀ 5 ਵਾਰੀ ਫਾਈਲ ਪਾ ਦਿੰਦੇ। ਤਾਂ ਉਹਦੀ ਕੀ ਸਿਰਫ ਵੀਜ਼ਾ ਆ ਜਾਏ ਤਾਂ ਉਹ ਜਿੰਨੀ ਵਾਰ ਪ੍ਰੋਫਾਈਲ ਪਾ ਰਿਹਾ ਹੋ ਸਕਦਾ ਕਿ ਤੁਸੀਂ ਹਾਲੇ ਕੋਈ ਪੈਸੇ ਨਹੀਂ ਪੇ ਕਰ ਰਹੇ, ਤੁਸੀਂ ਵੀਜ਼ਾ ਤੋਂ ਬਾਅਦ ਪੇ ਕਰਨਾ ਹੈ, ਬਟ ਉਹ ਤੁਹਾਡਾ ਫਿਰ ਪ੍ਰੋਫਾਈਲ ਇਹੋ ਜਿਹਾ ਕਰ ਦਿੰਦੇ ਕਿ ਮੁੜ ਕੇ ਤੁਹਾਨੂੰ ਉਹ ਕੰਟਰੀ ਵੀਜ਼ਾ ਨਹੀਂ ਮਿਲ ਸਕਦਾ। ਫਿਰ ਤੁਸੀਂ ਜੋ ਮਰਜ਼ੀ ਯੂਨੀਵਰਸਿਟੀ ਪਹਿਲੇ ਪ੍ਰੈਜੈਂਟੇਸ਼ਨ ਗਲਤ ਹੋ ਗਈ। ਬਿਲਕੁਲ। ਨੈਕਸਟ ਕਾਲ ਲੈਣੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਗੱਲ ਲਾਈਵ ਸ਼ੋ ਹੋ ਰਹੀ ਹੈ? ਹਾਂਜੀ ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਆਪਣੇ ਬਾਰੇ ਪੁੱਛਣਾ ਚਾਹਣਾ। ਮੇਰਾ ਨਾਮ ਮਨਜੋਤ ਹੈਗਾ, ਮੈਂ 2018 ਚ BSc ਕੀਤੀ ਹੈ ਐਗਰੀਕਲਚਰ। ਹਾਂਜੀ, ਮੈਂ IELTS ਕੀਤੀ ਹੈ ਸਰ, 2 ਮੇਰੇ 5.5 ਹੈ, ਓਵਰਆਲ 6 ਬੈਂਡ ਹੈ ਮੇਰੇ। ਤੇ ਮੈਂ UK ਲਈ ਜਾਣਾ ਚਾਹੁੰਦਾ, ਕੀ ਹੋ ਸਕਦਾ ਮੇਰੇ? ਬਿਲਕੁਲ, UK ਜੋ ਹੈ ਕੋਈ ਪ੍ਰੋਬਲਮ ਨਹੀਂ ਹੈ। ਮਾਸਟਰ ਡਿਗਰੀ ਲਈ ਤੁਸੀਂ UK ਜਾ ਸਕਦੇ ਹੋ। 18 ਤੋਂ 20 ਤੱਕ ਕੀ ਕੀਤਾ, ਗੈਪ ਜੋ ਹੈ ਉਹ ਦੇਖਣਾ ਪਏਗਾ ਕਿ ਤੁਸੀਂ ਐਕਚੁਅਲ ਕੀ ਕਰਦੇ ਰਹੇ। ਦੂਜੀ ਚੀਜ਼ ਮੈਂ ਇੱਥੇ ਜ਼ਰੂਰ ਇੱਕ ਗੱਲ ਦੂਜੀ ਚੀਜ਼ਾਂ ਮੈਂਸ਼ਨ ਕਰਨਾ ਚਾਹੁੰਦਾ। ਸਾਡੇ ਮਾਰਕਸ ਅੱਛੇ ਹੁੰਦੇ ਹੈ, ਮਾਰਕਸ 50% ਤੋਂ ਉੱਤੇ ਵੀਜ਼ਾ ਮਿਲਦਾ, ਫੰਡਸ 'ਤੇ ਮਿਲਦਾ। ਸਾਨੂੰ ਪ੍ਰੋਬਲਮ ਇਹ ਹੈ ਜਦੋਂ ਅਸੀਂ ਗੈਪ ਖੜਾ ਕਰ ਦਿੰਦੇ ਹਾਂ ਜਾਂ ਫਿਰ ਗੈਪ ਦੀ ਰਿਪਰੈਜ਼ੈਂਟੇਸ਼ਨ ਗੱਲ ਕਰ ਦਿੰਦੇ ਹਾਂ। ਹੁਣ ਕੱਲ੍ਹ ਮੈਂ ਕਿਸੇ ਲਾਈਵ ਸ਼ੋਅ 'ਤੇ ਸੀ, ਉੱਥੇ ਇੱਕ ਬੱਚੇ ਨਾਲ ਗੱਲ ਹੋਈ, ਉਹ +2 ਕੀਤੀ ਹੋਈ ਸੀ, +2 ਤੋਂ ਬਾਅਦ +2 ਕਾਮਰਸ ਵਿੱਚ ਸੀ ਔਰ ਅਕਾਊਂਟਸ ਦਾ ਜੋ ਗੈਪ ਸੀ ਉਹ ਅਕਾਊਂਟਸ ਵਿੱਚ ਲਾਇਆ ਹੋਇਆ ਸੀ ਔਰ ਕੋਰਸ ਜੋ ਹੈ ਉਹ ਬਿਜ਼ਨਸ ਦਾ ਲਿੱਤਾ ਹੋਇਆ ਸੀ। ਤਾਂ ਹੁਣ ਤੁਸੀਂ ਤਿੰਨੋਂ ਚੀਜ਼ ਦੇਖੋ, ਤੁਸੀਂ ਰੈਲੇਵੈਂਸੀ ਆਪ ਹੀ ਬ੍ਰੇਕ ਕਰਤੀ। ਹੁਣ ਤੁਸੀਂ +2 ਕਰਕੇ ਪਹਿਲੀ ਗੱਲ ਤਾਂ ਜਦੋਂ ਤੁਸੀਂ +2 ਤੋਂ ਬਾਅਦ ਜੌਬ ਦਿਖਾਉਂਦੇ ਹੋ ਤਾਂ ਜੌਬ ਜੋ ਹੈ ਐਕਸੈਪਟੇਬਲ ਨਹੀਂ ਹੈ ਹਾਈ ਕਮਿਸ਼ਨ ਵਿੱਚ। ਆਫਟਰ ਗ੍ਰੈਜੂਏਸ਼ਨ ਐਕਸੈਪਟੇਬਲ ਹੁੰਦੀ ਹੈ, ਤਾਂ ਉਹਨੂੰ ਟ੍ਰੇਨਿੰਗ ਦਿਖਾਇਆ ਜਾ ਸਕਦਾ ਸੀ। ਪਲੱਸ ਜਦੋਂ ਤੁਸੀਂ ਪਿਛਲਾ 2 ਸਾਲ ਇਹ ਦਿਖਾਇਆ ਕਿ ਮੈਂ ਅਕਾਊਂਟ ਸਿੱਖਦਾ ਰਿਹਾ, ਅਕਾਊਂਟਸ ਵਿੱਚ ਕੰਮ ਕੀਤਾ, ਫਿਰ ਤੁਸੀਂ ਸਿੱਧਾ ਬਿਜ਼ਨਸ 'ਤੇ ਜਾ ਕੇ ਬਿਜ਼ਨਸ ਦਾ ਕੋਰਸ ਕਿਉਂ ਲੈ ਲਿਆ? ਤਾਂ ਤੁਸੀਂ ਸਾਫ਼ ਹੀ ਪਲੇਟਫਾਰਮ ਦਿੱਤਾ ਕਿ ਵੀਜ਼ਾ ਅਫਸਰ ਤੁਹਾਨੂੰ ਰਿਫਿਊਜ਼ ਕਰ ਦੇ। ਹਾਲਾਂਕਿ ਅਕਾਊਂਟਸ ਵਿੱਚ ਹੀ ਅਗਰ ਡਿਪਲੋਮਾ ਲਿੱਤਾ ਜਾਂਦਾ ਜਾਂ 2 ਸਾਲ ਦੀ ਐਸੋਸੀਏਟ ਡਿਗਰੀ ਜਾਂ ਡਿਗਰੀ ਲਿੱਤੀ ਜਾਂਦੀ ਤਾਂ ਵੀਜ਼ਾ ਆ ਜਾਣਾ ਸੀ। ਇਸ ਲਈ ਇਹ ਜ਼ਰੂਰ ਦੇਖਣਾ ਹੈ ਕਿ ਵੀਜ਼ਾ ਲੈਣ ਲਈ ਕੀ ਸ਼ਰਤਾਂ ਨੂੰ ਸਾਨੂੰ ਫੋਲੋ ਕਰਨਾ ਪਏਗਾ। ਹਾਂ, ਆਫਟਰ ਗੈਟਿੰਗ ਵੀਜ਼ਾ ਤੁਸੀਂ ਕੋਰਸ, ਪ੍ਰੋਵਿੰਸ, ਕਾਲਜ ਚੇਂਜ ਕਰ ਸਕਦੇ ਹੋ, ਬਟ ਸੇਮ ਲੈਵਲ ਦਾ। ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਇਹ ਆਉਂਦੀ ਹੈ ਕਿ ਬੱਚਾ ਫਿਰ ਅਗਰ ਉੱਥੇ ਜਾ ਕੇ ਗਵਰਨਮੈਂਟ ਕਾਲਜ ਤੋਂ ਸਵਿਚ ਕਰਕੇ ਥੱਲੜੇ ਕਾਲਜ ਆ ਜਾਂਦਾ, ਫਿਰ ਵੀ ਉਹਦਾ ਪ੍ਰੋਫਾਈਲ ਜੋ ਹੈ ਉਹ ਡਿਸਟਰਬ ਹੋ ਜਾਂਦਾ ਔਰ ਫਿਰ ਉਹਨੂੰ ਵਰਕ ਰਾਈਟਸ ਔਰ PR ਲਈ ਪ੍ਰੋਬਲਮ ਆਉਂਦੀ ਹੈ ਜੀ। ਨੈਕਸਟ ਕਾਲ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਪੁੱਛਣਾ ਚਾਹੁੰਦੇ ਹੋ ਜੀ? ਸਰ ਮੈਂ ਅਮਰਿੰਦਰ ਸਿੰਘ ਗੱਲ ਕਰ ਰਿਹਾ ਗੁਰਦਾਸਪੁਰ ਤੋਂ। ਤੇ ਐਕਚੁਅਲੀ ਨਾ ਮੇਰੀ ਕੁਐਰੀ ਸੀ ਸਰ ਸਟੱਡੀ ਵੀਜ਼ਾ ਦੇ ਰਿਗਾਰਡਿੰਗ। ਤੇ ਸਰ ਮੈਂ ਨਾ ਸਟੱਡੀ ਵੀਜ਼ਾ ਤੇ ਕੈਨੇਡਾ ਜਾਂ ਅਪਲਾਈ ਕਰਨਾ ਚਾਹੁੰਦਾ। ਤੇ ਮੇਰੀ ਪ੍ਰੋਫਾਈਲ ਤਾਂ ਸਰ ਅਕੈਡਮਿਕ ਦੀ ਗੱਲ ਕਰਾਂ ਤਾਂ 12th ਮੈਂ 2019 ਚ ਕੰਪਲੀਟ ਕੀਤੀ ਹੈ ਨਾਨ ਮੈਡੀਕਲ ਸਟਰੀਮ ਤੋਂ। ਤੇ ਮੇਰੇ 72% ਸੀਗੇ। ਪਰ ਸਰ ਮੈਂ 2-3 ਵਾਰ ਟਰਾਈ ਕਰ ਲਿਆ, IELTS ਦਾ ਬੈਂਡ ਸਕੋਰ ਮੇਰਾ ਅੱਛਾ ਨਹੀਂ ਆ ਰਿਹਾ, ਓਵਰਆਲ 6 ਹੈ ਤੇ 2 ਚ 5.5 ਹੈ। ਤੇ ਮੈਨੂੰ ਕਿਹਾ ਗਵਰਨਮੈਂਟ ਕਾਲਜ ਮਿਲ ਜੂਗਾ ਬੈਂਡ ਸਕੋਰ ਦੇ ਨਾਲ। ਤੁਸੀਂ UK ਜਾਂ ਕੈਨੇਡਾ ਜਾਣਾ ਚਾਹੁੰਦੇ 2019 ਤੋਂ 21 ਤੱਕ ਕੀ ਕਰ ਲਿਆ? ਹੁਣ IELTS ਕੀਤੀ ਜਾਂ ਕੋਈ ਕੰਮ ਵੀ ਕੀਤਾ? ਹਾਂਜੀ ਸਰ, 2019 ਪਾਸ ਆਊਟ ਹੋਏ ਜੀ, ਉਸ ਤੋਂ ਬਾਅਦ 2021 ਚੱਲ ਪਿਆ, ਕੀ ਕੀਤਾ ਉਸ ਸਮੇਂ ਦੌਰਾਨ? ਸਰ ਉਸ ਤੋਂ ਬਾਅਦ ਸਰ ਮੈਂ IELTS ਵੀ ਕਰ ਰਿਹਾ ਸੀ, ਮੇਰਾ ਅੱਛਾ ਬੈਂਡ ਸਕੋਰ ਨਹੀਂ ਆ ਰਿਹਾ, ਕਿ ਮੇਰਾ ਟਾਈਮ ਮਤਲਬ ਸਰ ਤੋਂ ਵੇਸਟ ਹੋ ਗਿਆ। ਸਰ ਮੈਂ ਕਿਉਂਕਿ ਆ ਨਹੀਂ ਜਾਂਦਾ, 2-3 ਵਾਰ ਟਰਾਈ ਕਰ ਲਿਆ, ਮੇਰਾ ਬੈਂਡ ਸਕੋਰ ਇਹੀ ਆ ਰਿਹਾ। ਦੇਖੋ, ਤੁਸੀਂ ਨਾਨ ਮੈਡੀਕਲ ਹੋ, ਤੁਸੀਂ ਬੜੇ ਨਾਨ ਮੈਡੀਕਲਸ ਦੀ ਬਹੁਤ ਵੱਡੀ ਲਾਈਨ ਹੈ। ਤੁਸੀਂ ਜੋ ਗ੍ਰੈਜੂਏਸ਼ਨ ਸਾਇੰਸ ਦੇ ਵਿੱਚ ਲੈ ਸਕਦੇ ਹੋ, ਉਹਦੇ ਵਿੱਚ ਤੁਸੀਂ ਸੌਫਟਵੇਅਰ ਸਿਸਟਮ ਇੰਜੀਨੀਅਰਿੰਗ, ਉਸ ਤੋਂ ਇਲਾਵਾ ਤੁਸੀਂ ਸਾਈਬਰ ਸਿਕਿਉਰਿਟੀ ਐਂਡ ਥ੍ਰੈਟ, ਬੜੇ ਸਾਰੇ ਟੈਕਨੀਕਲ ਕੋਰਸਿਸ ਨੇ ਜਿਹਨੂੰ ਤੁਸੀਂ ਅਡਾਪਟ ਕਰ ਸਕਦੇ ਹੋ। ਹੁਣ ਉਹਦੇ ਵਿੱਚ ਸਭ ਤੋਂ ਬੈਸਟ ਇਹ ਹੈ 2 ਚੀਜ਼ਾਂ, 2 ਵਿੱਚ 5.5 ਹੈ। ਫਿਰ ਉਹੀ ਗੱਲ, ਕਾਪ ਅਪ ਲਓ,
ਕੋਪਅਪ ਵਿੱਚ ਜੋ ਹੈ ਹਮੇਸ਼ਾ ਹਾਂ ਕੋਪਅਪ ਥੋੜ੍ਹਾ ਜਿਹਾ ਦੂਜੇ ਕੋਰਸਿਸ ਤੋਂ ਕਾਸਟਲੀ ਹੁੰਦਾ ਬਟ ਕੋਪਅਪ ਵਿੱਚ ਤੁਹਾਡੇ ਵੀਜ਼ਾ ਚਾਂਸਸ ਗ੍ਰੇਟ ਨੇ। ਸੈਕਿੰਡ ਚੀਜ਼ ਮੈਕਸਿਮਮ ਯੂ ਵਿਲ ਟਰਾਈ ਫॉर ਐਸੋਸੀਏਟ। ਦੇਖੋ ਮੈਂ ਦੇਖਿਆ ਕਿ ਯੂਨੀਵਰਸਿਟੀਜ਼ ਨੂੰ ਜੋ ਬੱਚੇ ਨੂੰ ਵੀਜ਼ਾ ਮਿਲਦਾ ਉਹ ਜ਼ਿਆਦਾ ਬੇਸ 'ਤੇ ਮਿਲਦਾ। ਉਹਦਾ ਕਾਰਨ ਕੀ ਹੈ ਕਿ ਐਸੋਸੀਏਟ ਤੁਸੀਂ ਡੂਅਲ ਡਿਗਰੀ ਲੈ ਸਕਦੇ ਹੋ, ਐਸੋਸੀਏਟ ਡਿਗਰੀ ਲੈ ਸਕਦੇ ਹੋ, 2 ਈਅਰ ਦਾ ਡਿਪਲੋਮਾ ਲੈ ਸਕਦੇ ਹੋ, ਕੋਪਅਪ ਲੈ ਸਕਦੇ ਹੋ। ਔਰ ਇਹ ਸਾਰੇ ਜੋ ਪ੍ਰੋਗਰਾਮਸ ਨੇ ਇਹਦੇ ਵਿੱਚ ਫਿਰ ਤੁਹਾਨੂੰ ਵੀਜ਼ਾ ਚਾਂਸਸ ਹਮੇਸ਼ਾ ਹਾਈ ਲੈਵਲ 'ਤੇ ਆਉਂਦੇ। ਹਾਂ ਤੁਸੀਂ ਜਾ ਕੇ 1 ਸਾਲ ਦਾ ਡਿਪਲੋਮਾ ਲੈ ਲਿਆ, ਤੁਸੀਂ ਜਾ ਕੇ ਰੈਲੇਵੈਂਸੀ ਨਹੀਂ ਕੀਤੀ, ਫਿਰ ਇੱਥੇ ਬੱਚਾ ਗਲਤੀ ਕਰਦਾ, ਫਿਰ ਉਦੋਂ ਜੋ ਵੀਜ਼ਾ ਜੋ ਹੈਗਾ ਉਹ ਨਹੀਂ ਮਿਲਦਾ। ਮੈਕਸਿਮਮ ਬੱਚਾ ਕੀ ਕਰਦਾ ਮੈਡੀਕਲ ਨੋਨ ਮੈਡੀਕਲ ਦਾ ਬਿਜ਼ਨਸ 'ਤੇ ਫਾਈਲ ਲਾ ਦਿੰਦਾ ਕਿਉਂਕਿ ਉਹ ਫਿਰ ਉੱਥੇ ਗੱਲ ਆ ਗਈ ਕਿ ਬੱਚਾ ਕਹਿੰਦਾ ਮੈਂ ਸਿਰਫ ਇਹ ਡਰ ਤੋਂ ਕਿ ਮੈਂ ਰਿਫਿਊਜ਼ ਨਾ ਹੋ ਜਾ, ਮੇਰੇ 50,000 ਲੱਖ ਰੁਪਏ ਖ਼ਰਾਬ ਨਾ ਹੋ ਜੇ, ਮੇਰੀ ਅੰਬੈਸੀ ਫੀਸ ਨਾ ਖ਼ਰਾਬ ਹੋ ਜਾਏ, ਫਿਰ ਉਹ ਬੱਚਾ ਇਸ ਤਰੀਕੇ ਦੀ ਤਰਫ ਚਲਾ ਜਾਂਦਾ ਹੈ ਕਿ ਤੁਸੀਂ ਲਾ ਦਿਓ ਜੀ ਸਭ ਕੁਝ, ਮੈਨੂੰ ਵੀਜ਼ਾ ਤੱਕ ਮਤਲਬ ਹੈ। ਫਿਰ ਉਹ ਪ੍ਰੋਫਾਈਲ ਹਾਂ 10 ਵਿੱਚ ਹੋ ਸਕਦਾ 2-3 ਨੂੰ ਦੇ ਗੈਟ ਵੀਜ਼ਾ ਬਟ ਫਿਰ 7-8 ਬੱਚੇ ਜੋ ਹੈ ਹੋ ਸਕਦਾ ਤੁਸੀਂ ਉਸ 8 ਵਿੱਚ ਹੋ। ਲੱਕਲੀ ਤੁਹਾਨੂੰ ਦੋਨਾਂ ਨੂੰ 2 ਵਿੱਚ ਵੀ ਹੋ ਸਕਦੇ ਹੋ ਔਰ ਪ੍ਰੋਬੇਬਿਲਿਟੀ ਜ਼ਿਆਦਾ ਇਸ ਦੀ ਰਹਿੰਦੀ ਹੈ ਕਿ ਨਹੀਂ ਗੋ ਥਰੂ ਹੋਏਗਾ, ਫਿਰ ਤੁਹਾਨੂੰ ਪ੍ਰੋਬਲਮ ਜੋ ਸਾਹਮਣੇ ਆ ਜਾਊਗੀ ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੈਮ ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਆਪਣੇ ਬ੍ਰਦਰ ਦੇ ਬਾਰੇ ਪੁੱਛਣਾ ਸੀਗਾ। ਉਹਨਾਂ ਨੇ ਐਕਚੁਅਲੀ ਲਾਸਟ ਈਅਰ ਆਪਣੀ ਪਲੱਸ ਟੂ ਕੰਪਲੀਟ ਕੀਤੀ ਹੈ ਆਰਟਸ ਵਿੱਚ ਤੇ ਓਵਰਆਲ 6 ਬੈਂਡ ਹੈ ਤੇ ਇਸ ਤੋਂ 5.5 ਰਹਿ ਗਏ ਨੇ ਤੇ ਉਹਦਾ ਮਤਲਬ ਮੈਨੂੰ ਇਹ ਪੁੱਛਣਾ ਸੀਗਾ ਕਿ ਕਿਹੜੀ ਕੰਟਰੀ ਦੇ ਵਧੀਆ ਹੋ ਜਾਊਗਾ ਕਿ ਵੀਜ਼ਾ ਆ ਜਾਏ ਇਸ ਟਾਈਮ ਤੇ। ਪਰਸੈਂਟੇਜ ਕਿੰਨੀ ਹੈ ਜੀ ਤੁਹਾਡੇ ਬ੍ਰਦਰ ਦੀ? ਪਰਸੈਂਟੇਜ 69 ਹੈ। 69? 69 ਐਕਚੁਅਲੀ ਸਾਨੂੰ ਦਾ ਅਪਲਾਈ ਕੀਤਾ ਸੀਗਾ ਬਟ ਇੱਕ ਵਾਰੀ ਰਿਫਿਊਜ਼ਲ ਆ ਗਈ ਹੈ, ਰੀਸੈਂਟਲੀ ਆਈ ਹੈ। ਓਕੇ ਜੀ। +2 ਹੈ? +2 ਬਿਲਕੁਲ। ਦੇਖੋ ਫਿਰ ਮੈਂ ਉਹੀ ਕਿਹਾ ਮੈਕਸੀਮਮ ਸਾਨੂੰ ਜੋ ਸਵਾਲ ਆਉਣਗੇ ਰਿਫਿਊਜ਼ਲਸ ਦੇ ਉਹ ਇਹੀ ਕੇਸਿਸ 'ਤੇ ਆਉਣਗੇ। ਅੱਛਾ ਇਹਨਾਂ ਨੂੰ ਅਸੀਂ ਡਿਕਲੇਅਰਡ ਪੁੱਛਦੇ ਤਾਂ ਮੈਂ ਇਹ ਐਵਰੇਜ ਲਾਈ ਹੈ ਕਿਉਂਕਿ ਜਿੰਨੇ ਅਸੀਂ ਕੁਐਸਚਨਸ ਡੀਲ ਕਰਦੇ ਹਾਂ ਅਗਰ 10 ਰਿਫਿਊਜ਼ਲ ਦੇ ਕੁਐਸਚਨ ਆਉਂਦੇ ਆ ਤਾਂ 10 ਰਿਫਿਊਜ਼ਲ ਵਿੱਚੋਂ 8 ਲੋਕ ਇਹ ਨੇ ਕਿ ਮੈਂ 6 ਓਵਰਆਲ ਨੇ 1 ਵੀ 5.5 ਹੈ ਜਾਂ 2 ਵੀ 5.5 ਹੈ ਜਾਂ ਫਿਰ ਅੱਗੇ ਪੁੱਛਦੇ ਹਾਂ ਤਾਂ ਉਹਦੇ ਵਿੱਚੋਂ 6 ਲੋਕ ਉਹ ਨਿਕਲਦੇ ਆ ਜੇ ਦੇ ਸਾਈਡ ਕਿ ਅਸੀਂ ਤਾਂ ਪੈਕੇਜ ਲਿੱਤਾ ਸੀ ਜੀ ਸਾਡੇ ਕੋਲ ਵੀ ਡੋਂਟ ਹੈਵ ਡਾਕੂਮੈਂਟ। ਹਾਂ ਇੱਥੇ ਇਹ ਵੀ ਪ੍ਰੋਬਲਮ ਆਉਂਦੀ ਹੈ ਕਿ ਇਹਨਾਂ ਨੂੰ ਪਤਾ ਹੁੰਦਾ ਕਿ ਮੇਰੀ ਫਾਈਲ ਇੱਕ ਵਾਰ ਰਿਫਿਊਜ਼ ਹੈ ਪਰ ਐਕਚੁਅਲ ਕਿੰਨੀ ਵਾਰ ਰਿਫਿਊਜ਼ ਹੈ। ਜਦ ਬੱਚਾ ਇਸ ਤਰ੍ਹਾਂ ਦਾ ਆਉਂਦਾ ਤਾਂ ਬਿਫੋਰ ਗੈਟਿੰਗ ਕੈਪਸ ਨੋਟਸ ਅਸੀਂ ਕੋਈ ਵੀ ਕਦਮ ਅੱਗੇ ਨਹੀਂ ਚੱਕ ਸਕਦੇ ਕਿਉਂਕਿ ਐਕਚੁਅਲ ਇਨਫੋਰਮੇਸ਼ਨ ਬੱਚੇ ਕੋਲ ਨਹੀਂ ਹੁੰਦੀ। ਅੱਛਾ ਬੱਚਾ ਪੈਕੇਜ ਵਾਲੇ ਸਿਸਟਮ 'ਚ ਗੌਰਵ ਜੀ ਪੁੱਛਦਾ ਹੀ ਨਹੀਂ ਜਾਂ ਦੱਸਦਾ ਹੀ ਨਹੀਂ ਉਹਨੂੰ? ਨਹੀਂ ਉਹਦੇ 'ਚ ਬਿਲਕੁਲ ਦੱਸਦੇ ਨਹੀਂ ਬਹੁਤ ਸਾਰੇ ਲੋਕ ਕਿਉਂਕਿ ਦੇਖੋ ਗੱਲ ਇਹ ਹੈ ਕਿ ਰੈਲੇਵੈਂਸੀ ਨਹੀਂ ਮਿਲੇਗੀ, ਆਪਸ਼ਨਸ ਨਹੀਂ ਹੈ, ਲਿਮਿਟਿਡ ਹੈ। ਅੱਛਾ ਇਹ ਨਾ ਜਿਹੜਾ ਕਾਲਜ ਫੀਸ ਬਾਅਦ ਚ ਲੈਂਦਾ ਉਹਦੀ ਵੀ ਲਿਮਿਟਡ ਆਪਸ਼ਨਸ ਉਹਨਾਂ ਏਜੰਟਾਂ ਕੋਲ ਆ ਉਹੀ ਉਹਨੇ ਦੇਣਾ ਬਿਲਕੁਲ ਲੱਗ ਗਿਆ ਤਾਂ ਤੁੱਕਾ ਨਹੀਂ ਨਾ। ਉਹਦੇ ਵਿੱਚ ਪ੍ਰੋਬਲਮ ਇਹ ਹੈ ਨਾ ਕਿ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਵੀ ਮਈ ਓਪਨਿੰਗ ਵਿੱਚ 50 ਕੋਰਸਿਸ ਨੇ, ਇੰਨੇ 1000 ਕੋਰਸਿਸ ਨੇ, ਫਿਰ ਅਗਰ ਤੁਸੀਂ ਇਸ ਤਰੀਕੇ ਨਾਲ ਜਾਂਦੇ ਹੋ ਫਿਰ ਆਟੋਮੈਟਿਕ ਲਿਮਿਟਡ ਤੁਹਾਨੂੰ ਮਿਲਦਾ ਔਰ ਫਿਰ ਕੰਪਰੋਮਾਈਜ਼ ਜਾਂ ਤਾਂ ਪ੍ਰੋਵਿੰਸ ਨਾਲ ਕਰਨਾ ਪੈਂਦਾ ਹੈ, ਕੋਰਸ ਨਾਲ ਕਰਨਾ ਪੈਂਦਾ ਹੈ, ਫਿਰ ਉਹਦੇ ਵਿੱਚ ਮੈਕਸਿਮਮ ਚਾਂਸਿਸ। ਔਰ ਮੈਂ ਫਿਰ ਦੇਖਿਆ ਕਿ ਬੱਚੇ ਨੂੰ ਇਹੀ ਪਤਾ ਹੁੰਦਾ ਕਿ ਮੈਂ ਰਿਫਿਊਜ਼ ਹਾਂ ਔਰ ਬਹੁਤ ਸਾਰੇ ਬੱਚੇ ਵਿੱਚੋਂ ਬੈਨ ਨਿਕਲਦੇ ਆ ਜਿਨ੍ਹਾਂ ਨੂੰ 2 ਸਾਲ ਲਈ ਬੈਨ ਕਰ ਦਿੱਤਾ ਜਾਂਦਾ। ਉਹ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਬੈਨ ਵੀ ਲੱਗਿਆ ਹੋਇਆ ਔਰ ਉਹਨਾਂ ਕੋਲ ਕੀ ਫਾਰਮ ਸਬਮਿਸ਼ਨ ਹੈ। ਮਾਫ ਕਰਨਾ ਲਾਸਟ ਸ਼ੋਅ 'ਚ ਇੱਕ ਵਾਰੀ ਇਹ ਵੀ ਦੱਸ ਰਹੇ ਸੀ ਕਈਆਂ ਦਾ ਇਹ ਵੀ ਨਹੀਂ ਪਤਾ ਹੁੰਦਾ ਵੀ ਰਿਜੈਕਸ਼ਨ ਵੀ ਸਾਡੀ ਅਸਲੀ ਹੈ ਕਿ ਨਹੀਂ ਹੈ। ਹਾਂ ਬਿਲਕੁਲ। ਜਿੰਨਾ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਸਾਰੇ ਬੱਚੇ ਦੇ ਗੈਟ ਅ ਰਿਫਿਊਜ਼ਲ ਲੈਟਰ ਉਹਦੇ ਵਿੱਚ ਇਹ ਕਹਿ ਰਹੇ ਕਿ ਰਿਫਿਊਜ਼ਲ ਦੀ ਜਰਨਲ ਬੇਸ 'ਤੇ ਹੈ ਬਟ ਡਾਇਰੈਕਟ ਜਦੋਂ ਕੈਪਸ ਨੋਟ ਕਢਾਈਦੇ ਆ ਤਾਂ ਉਹਦੇ ਵਿੱਚ ਰਿਫਿਊਜ਼ਲ ਹੀ ਕੁਝ ਹੋਰ ਬੇਸਡ ਹੁੰਦਾ ਹੈ। ਕਈਆਂ ਨੂੰ ਵਾਰਨਿੰਗ ਹੁੰਦੀ ਹੈ, ਕਈਆਂ ਨੂੰ ਬੈਨ ਹੁੰਦਾ, ਕਈਆਂ ਦਾ ਵਿਦਡਰਾ ਹੁੰਦਾ ਕਿ ਉਹਨਾਂ ਨੂੰ ਵਾਰਨਿੰਗ ਆਈ ਹੁੰਦੀ ਹੈ ਵੀ ਜਵਾਬ ਦੇ ਦਿਓ ਇਸ ਚੀਜ਼ ਦਾ, ਉਸ ਚੀਜ਼ ਦਾ ਜਵਾਬ ਤਾਂ ਫਿਰ ਹੁੰਦਾ ਨਹੀਂ, ਫਿਰ ਵਿਦਡਰਾ ਕਰ ਲੈਂਦੇ ਆ। ਤਾਂ ਇਹ ਬੜੀ ਸਾਰੀ ਪ੍ਰੋਬਲਮਸ ਜੋ ਹੈ ਫਿਰ ਬੱਚੇ ਨੂੰ ਦੇਖਣ ਨੂੰ ਮਿਲਦੀ ਹੈ। ਫਿਰ ਬੱਚਾ ਨੂੰ ਚਾਹ ਕੇ ਜਾਂ ਨਾ ਚਾਹ ਕੇ ਕੰਟਰੀ ਸਵਿਚ ਕਰਨੀ ਪੈਂਦੀ ਹੈ ਕਿਉਂਕਿ ਉਹ ਡਿਜ਼ਰਵ ਹੁੰਦੇ ਹੋਏ ਵੀ ਉਸ ਕੰਟਰੀ ਦੇ ਜੋ ਗੇਟ ਹੈ ਉਹ ਆਪਣੇ ਲਈ ਬੰਦ ਕਰ ਲੈਂਦਾ। ਇਹ ਗੌਰਵ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ। ਨੰਬਰ ਚੱਲ ਰਿਹਾ ਉੱਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਜੇ ਮਿਲਣਾ ਚਾਹੁੰਦੇ ਹੋ ਤਾਂ ਮਿਲ ਵੀ ਸਕਦੇ ਹੋ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਬਟ ਇੱਕ ਸਵਾਲ ਜਿਹੜਾ ਕਾਫੀ ਆ ਰਿਹਾ ਹੈ ਜੀ,
ਪਾਸਪੋਰਟ ਰਿਕੁਐਸਟ ਨਹੀਂ ਆ ਰਹੀ, ਮੈਂ ਉਹ ਤੁਹਾਡਾ ਪੁੱਛ ਲੈਣਾ ਕਿਉਂਕਿ ਕਾਫੀ ਜ਼ਿਆਦਾ ਸਵਾਲ ਉਹ ਤੁਸੀਂ ਵੈਸੇ ਵੀ ਪੁੱਛਦੇ ਰਹਿੰਦੇ ਹੋ। ਬਿਲਕੁਲ। ਕੀ ਕਹਿਣਾ ਭਾਜੀ? ਦੇਖੋ ਪਾਸਪੋਰਟ ਮੈਕਸਿਮਮ ਕਾਲਜਸ ਦੀ ਇਹ ਹਾਈ ਕਮਿਸ਼ਨ ਦੀ ਇਹ ਟਰਾਈ ਹੈ ਕਿ AIP ਰਿਲੀਜ਼ ਕੀਤਾ ਜਾਏ। ਜਿਨ੍ਹਾਂ ਦੇ ਬਾਇਓਮੈਟ੍ਰਿਕਸ ਹੋ ਰਹੇ ਨੇ ਉਹਨਾਂ ਨੂੰ ਆ ਰਹੀ ਹੈ, ਬਟ ਪ੍ਰੋਸੈਸ ਬਹੁਤ ਸਲੋ ਹੈ ਫॉर ਪਾਸਪੋਰਟ ਰਿਕੁਐਸਟ ਦਾ। ਠੀਕ ਹੈ। ਦੂਜੀ ਚੀਜ਼, ਪਾਸਪੋਰਟ ਰਿਕੁਐਸਟ ਅਗਰ AIP ਆ ਗਿਆ ਦੈਨ ਯੂ ਸਟਾਰਟ ਸਟੱਡਿੰਗ, ਤੁਸੀਂ ਸਟੱਡੀ ਨੂੰ ਪੜ੍ਹਨਾ ਸਟਾਰਟ ਕਰ ਦੇਣਾ ਹੈ। ਉਹਦੇ ਵਿੱਚ ਬਿਲਕੁਲ ਨਹੀਂ ਕਰਨਾ, ਕਿਉਂਕਿ ਸਟੱਡੀ ਆਨਲਾਈਨ ਸਟਾਰਟ ਕਰੋਗੇ ਤਾਂ ਹੀ ਤੁਸੀਂ ਕੱਲ੍ਹ ਨੂੰ ਟਰੈਵਲ ਕਰ ਪਾਓਗੇ। ਬਟ ਮੈਨੂੰ ਲੱਗਦਾ ਹੈ ਕਿ ਨੈਕਸਟ ਮੰਥ ਜੋ ਹੈ, ਜਿਵੇਂ ਹੁਣ ਬਾਇਓਮੈਟ੍ਰਿਕਸ ਲਾਈਨ ਅਪ ਹੋ ਗਈਆਂ, ਬਾਇਓਮੈਟ੍ਰਿਕਸ ਫ੍ਰੀਕੁਐਂਟਲੀ ਹੋਣ ਲੱਗ ਗਈਆਂ, ਜੋ PPR ਜਿਹਨੂੰ ਕਹਿ ਰਹੇ ਹਾਂ ਪਾਸਪੋਰਟ ਰਿਕੁਐਸਟ ਹੈ ਉਹ ਵੀ ਫ੍ਰੀਕੁਐਂਟ ਹੋ ਜਾਏਗੀ ਨੈਕਸਟ ਜੋ ਮੰਥ ਵਿੱਚ। ਇਹ ਵੀ ਦੇਖਣ ਨੂੰ ਮਿਲੇਗਾ ਕਿ ਬਹੁਤ ਤੇਜ਼ੀ ਨਾਲ ਪਾਸਪੋਰਟਸ ਜੋ ਹੈ ਉਹ ਰਿਕਵਰ ਹੋਣੇ ਸ਼ੁਰੂ ਹੋ ਜਾਣਗੇ, ਬੱਚਿਆਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਜੀ। ਨੈਕਸਟ ਕਾਲ ਵੱਲ ਚੱਲਦੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਆਪਣੇ ਕੁੜੀ ਬਾਰੇ ਪੁੱਛਣਾ ਚਾਹੁੰਦਾ ਸੀਗਾ। ਜੀ ਜੀ ਪੁੱਛੋ ਸਰ। ਸਰ ਮੇਰੀ ਕੁੜੀ ਨੇ +2 ਕਰੀ ਹੈ ਜੀ ਆਰਟਸ ਦੇ ਨਾਲ, ਤੇ ਉਹਦੇ 55% ਮਾਰਕਸ ਨੇ। ਕਿਹੜੇ ਸਾਲ 'ਚ +2 ਕੰਪਲੀਟ ਕਰੀ ਹੈ ਜੀ? +2 ਉਹਨੇ ਕਰੀ ਹੈ ਸਰ 2019 ਦੇ ਵਿੱਚ। ਓਕੇ ਜੀ। ਤੇ ਉਹਦੇ IELTS ਕਰਿਆ ਹੋਇਆ ਕੁੜੀ ਨੇ, ਤੇ IELTS ਦੇ ਵਿੱਚ ਕੁੜੀ ਦੇ ਓਵਰਆਲ ਤਾਂ 6 ਨੇ ਤੇ 2 'ਚ 5.5 ਰਹਿ ਗਏ ਨੇ। ਓਕੇ ਜੀ। ਤੇ ਵੀਡੀਓ ਪੈਕੇਜ ਕਰਨਾ ਚਾਹੁੰਦਾ, ਕੈਨੇਡਾ ਭੇਜਣਾ ਚਾਹੁੰਦੇ ਹਾਂ ਕੁੜੀ ਨੂੰ, ਹੋ ਜੂਗਾ? 2 ਚੋਂ 5.5 2019 ਤੋਂ 21 ਤੱਕ ਕੀ ਕੀਤਾ ਜੀ? ਸਰ ਬੱਚਾ ਕੰਪਿਊਟਰ ਦਾ ਸਰਟੀਫਿਕੇਟ ਹੈ, ਬੱਚੇ ਕੋਰਸ ਕਰਿਆ ਬੱਚੇ ਨੇ ਕੰਪਿਊਟਰ ਦਾ ਜੀ। ਹੁਣ ਇਹਦੇ ਵਿੱਚ ਚੀਜ਼ ਜ਼ਰੂਰ ਦੇਖਣ ਵਾਲੀ ਗੱਲ ਆ ਕਿ ਤੁਸੀਂ ਆਰਟਸ ਵਿੱਚ ਕਿਹੜੇ ਸਬਜੈਕਟ ਪੜ੍ਹੇ ਔਰ ਕੰਪਿਊਟਰ ਨਾਲ ਕਿੰਦਾ ਰੈਲੇਵੈਂਸ ਹੋ ਗਏ। ਦੂਜੀ ਚੀਜ਼, ਤੁਸੀਂ ਐਕਚੁਅਲ ਕੰਪਿਊਟਰ ਪੜ੍ਹੇ ਹੋ ਕਿ ਸਰਟੀਫਿਕੇਟ ਬਣਾ ਰੱਖਿਆ, ਇਹ ਵੀ ਚੀਜ਼ ਹੈ। ਦੂਜੀ ਚੀਜ਼, ਪ੍ਰਾਈਵੇਟ ਕੰਪਿਊਟਰ ਲਿਖ ਕੇ ਜ਼ਰੂਰ ਡਿਪਲੋਮਾ ਦਿੰਦੇ, ਬਟ ਦੇ ਆਰ ਨਾਟ ਡਿਪਲੋਮਾਸ, ਓਨਲੀ ਸਰਟੀਫਿਕੇਟ ਹੈ ਜਿਹਨੂੰ ਅਸੀਂ ਕੱਲ੍ਹ ਨੂੰ ਔਥੈਂਟਿਸਿਟੀ ਅਗਰ ਔਥੈਂਟਿਕ ਹੈ ਤਾਂ ਪ੍ਰੂਵ ਕਰ ਸਕਦੇ ਹਾਂ। ਤੀਜੀ ਚੀਜ਼, ਡੈਫੀਨੇਟਲੀ ਯੂ ਗੈਟ ਪੈਕੇਜ। ਉਹਦੇ ਵਿੱਚ ਕੀ ਹੈ ਕਿ ਅਸੀਂ ਤੁਹਾਨੂੰ ਕਿਊਬਿਕ ਦੇ ਸਕਦੇ ਹਾਂ, ਟੋਰੰਟੋ ਦੇ ਸਕਦੇ ਹਾਂ, ਵੈਂਕੂਵਰ ਸਾਈਡ ਦੇ ਸਕਦੇ ਹਾਂ, ਬਟ ਰਿਪਰੈਜ਼ੈਂਟੇਸ਼ਨ ਤੁਹਾਨੂੰ ਅਸੀਂ ਗਵਰਨਮੈਂਟ ਕਾਲਜ ਹੀ ਦਾਂਗੇ। ਕਿਉਂਕਿ ਪਲੱਸ ਮੈਂ ਫਿਰ ਰਿਕਮੈਂਡ ਕਰਾਂਗਾ ਕਿ ਯੂ ਗੋ ਫॉर ਕੌਪਅਪ, ਯੂ ਗੋ ਫॉर ਐਸੋਸੀਏਟ ਡਿਗਰੀ। ਕਿਉਂਕਿ ਜਦੋਂ ਇੱਕ ਚੀਜ਼ ਵੀਕ ਹੁੰਦੀ ਹੈ ਤਾਂ ਜੋ ਤੁਹਾਡਾ ਐਜੂਕੇਸ਼ਨ ਪ੍ਰੋਵਾਈਡਰ ਹੈ ਉਹ ਸਟਰੋਂਗ ਹੋਣਾ ਚਾਹੀਦਾ, ਸਿਲੈਕਸ਼ਨ ਆਫ ਕੋਰਸ SOP ਇਹ ਸਟਰੋਂਗ ਹੋਣੀ ਚਾਹੀਦੀ ਹੈ, ਪਲੱਸ ਨੋਨ SGS ਹੈ, ਇਨਕਮ ਪ੍ਰੂਫ ਚਾਹੀਦੇ ਨੇ, ਉਸ ਤੋਂ ਬਾਅਦ ਫੰਡਸ ਚਾਹੀਦੇ ਨੇ। ਤਾਂ ਇਹਦੇ 'ਤੇ ਵੀ ਸਾਨੂੰ ਤੁਹਾਡੇ ਨਾਲ ਬਹਿ ਕੇ ਜੋ ਵਿਚਾਰ ਕਰਨਾ ਪਏਗਾ, ਤੁਹਾਡੇ ਡਾਕੂਮੈਂਟਸ ਸਾਨੂੰ ਅਸੈਸ ਕਰਵਾਉਣੇ ਪੈਣਗੇ, ਫਿਰ ਉਹਦੇ ਵਿੱਚ ਇਹ ਨਿਕਲ ਕੇ ਆਊਗਾ ਕਿ ਐਕਚੁਅਲ ਤੁਹਾਨੂੰ ਅਸੀਂ ਕਿਸ ਕੰਡੀਸ਼ਨਸ 'ਤੇ ਪੈਕੇਜ ਜੋ ਹੈ ਆਫਰ ਕਰ ਸਕਦੇ ਹਾਂ। ਦੂਜੀ ਚੀਜ਼ ਮੈਂ ਫਿਰ ਸਮਝਾ ਰਿਹਾ ਕਿ ਜੋ ਚੀਜ਼ਾਂ ਤੁਸੀਂ ਮਈ ਵਿੱਚ ਅਪਲਾਈ ਕਰਨੀਆਂ ਨੇ, ਮਈ ਵਿੱਚ ਹੈ ਤਾਂ ਉਹਦੇ ਲਈ ਜੋ ਚੀਜ਼ ਪ੍ਰਪੇਅਰ ਕਰ ਸਕਦੇ ਹੋ, ਆਪਣਾ ਇਨਕਮ ਜੋ ITRs ਪ੍ਰਪੇਅਰ ਕਰ ਲਓ, ਆਪਣੇ ਤੁਸੀਂ ਜੋ ਤੁਸੀਂ ਗੈਪ ਹੈ ਜਾਂ ਤੁਹਾਡੀ ਕੋਈ ਰਜਿਸਟ੍ਰੇਸ਼ਨ ਹੈ ਬਿਜ਼ਨਸ ਦੀ, ਜਾਂ ਤੁਸੀਂ ਕੋਈ ਚੀਜ਼ ਕੋਈ ਕਿਸਾਨ ਕਿੱਤੇ ਤੋਂ ਹੋ, ਤੁਸੀਂ ਆਪਣਾ ਕੋਈ ਐਗਰੀਮੈਂਟ ਕਰਨਾ ਹੈ, ਜੋ ਕੋਈ J ਫਾਰਮਸ ਹੈ ਉਹ ਸਾਰੇ ਇਕੱਠੇ ਕਰ ਲਓ। ਕਿਉਂਕਿ ਬਹੁਤ ਵਾਰੀ ਕੀ ਹੁੰਦਾ ਹੈ ਕਿ ਜਦ ਬੱਚਾ ਅਪਲਾਈ ਕਰ ਦਿੰਦਾ, LOA ਆ ਜਾਂਦਾ, ਫਾਈਲ ਲੱਗਣੀ ਹੁੰਦੀ ਹੈ, ਫਿਰ ਉਹਨੂੰ ਬਹੁਤ ਸਾਰੇ ਲੋਕ ਲਿਸਟ ਉਦੋਂ ਦਿੰਦੇ ਆ, ਫਿਰ ਉਹ ਲਿਸਟ ਪੜ੍ਹਦਾ ਵੀ ਹਾਂ ਡਾਕੂਮੈਂਟ ਤਾਂ ਹੈ ਨਹੀਂ ਮੇਰੇ ਕੋਲ। ਔਰ ਬਿਕੋਜ਼ ਮੇਰਾ ਕੀ ਪ੍ਰੋਸੈਸ ਹੈ, ਬੱਚਾ ਆਇਆ ਉਹ ਕਾਉਂਸਲਿੰਗ ਲਈ ਲਿਸਟ ਆਫ ਡਾਕੂਮੈਂਟਸ ਉਹਨੂੰ ਨਾਲ ਹੀ ਦਿੱਤੇ ਜਾਂਦਾ ਤਾਂ ਕਿ ਉਹ ਜੇ ਨੈਕਸਟ ਟਾਈਮ ਅਪਲਾਈ ਕਰਨਾ ਆਵੇ ਤਾਂ ਲੈ ਕੇ ਆਵੇ ਕਿ ਇਹ ਡਾਕੂਮੈਂਟਸ ਮੇਰੇ ਕੋਲ ਹੈਗੇ ਆ, ਇਹ ਡਾਕੂਮੈਂਟਸ ਮੈਂ ਬਣਾ ਲਾਂਗਾ। ਮੈਂ ਕਹਿ ਰਿਹਾ ਅਮਨ ਜੀ 50% ਸੈਸ਼ਨ ਡੈਫਰ ਸਿਰਫ ਡਾਕੂਮੈਂਟ ਦੀ ਅਵੇਲੇਬਿਲਿਟੀ ਤੇ ਹੋ ਜਾਂਦੇ ਆ। ਬੇਸਿਕਲੀ ਫਾਈਲ ਨਹੀਂ ਕੰਪਲੀਟ ਹੋਣ ਪਾਉਂਦੀ, ਲੱਗ ਨਹੀਂ ਪਾਉਂਦੀ ਫਾਈਲ, ਤੇ ਉਹਦੇ ਕਰਕੇ ਡੈਫਰ ਹੋ ਜਾਂਦਾ ਬੱਚਾ। ਅੱਛਾ, ਬੱਚੇ ਕੋਲ ਜਿਵੇਂ ਹੁਣ ਕੈਨੇਡਾ ਅਪਲਾਈ ਕਰਨਾ, ਤੁਸੀਂ ਤਾਂ ਐਕਸਪਰਟ ਰਹੇ ਹੋ ਇਹਦੇ 'ਚ, ਪੈਨ ਕਾਰਡ ਹੋਣਾ, ਆਪਣਾ ਅਕਾਊਂਟ ਹੋਣਾ GIC ਲਈ ਕਿੰਨਾ ਕੁ ਜ਼ਰੂਰੀ ਹੈ? ਦੇਖੋ ਬਹੁਤ ਜ਼ਿਆਦਾ ਜ਼ਰੂਰੀ ਹੈ। ਪੈਨ ਕਾਰਡ, ਆਧਾਰ ਕਾਰਡ ਦੋਨੋਂ ਜ਼ਰੂਰੀ ਹੈ, ਆਪਦਾ ਅਕਾਊਂਟ ਵੀ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਹੁਣ ਤੁਹਾਨੂੰ ਇਹ ਵੀ ਸਮਝ ਹੋਣਾ ਚਾਹੀਦਾ ਹੈ ਕਿ ਨਵਾਂ ਟੈਕਸ ਵੀ ਇੰਪਲੀਮੈਂਟ ਕਰ ਦਿੱਤਾ ਗਿਆ ਕਿ ਅਗਰ ਤੁਹਾਡੀ 5 ਲੱਖ ਤੋਂ ਉੱਤੇ ਫੀਸਿਸ ਜਾ ਰਹੀਆਂ ਤਾਂ ਤੁਹਾਨੂੰ TCS ਵੀ ਦੇਣਾ ਪੈ ਰਿਹਾ ਹੈ, ਤਾਂ ਫਿਰ ਤੁਹਾਨੂੰ TCS ਵੀ ਪੇ ਕਰਨਾ ਪਏਗਾ, ਤਾਂ ਹੀ ਕੱਲ੍ਹ ਨੂੰ ਤੁਸੀਂ ਉਸ ਨੂੰ ਜਸਟੀਫਾਈ ਕਰ ਪਾਓਗੇ। ਕਿਉਂਕਿ ਬੱਚੇ ਨੂੰ ਪ੍ਰੋਬਲਮ ਇਹ ਆ ਰਹੀ ਹੈ
ਕਿ 2 ਲੱਖ ਰੁਪਏ ਦੀ ਇਨਕਮ ਪ੍ਰੂਫਸ ਨੇ, ਇਨਕਮ ਟੈਕਸ ਨੂੰ ਭਰ ਰਹੇ ਹਾਂ ਔਰ 15-16 ਲੱਖ ਰੁਪਏ ਜਦ ਅਸੀਂ ਆਪਣੇ ਅਕਾਊਂਟ ਤੋਂ ਟ੍ਰਾਂਸਫਰ ਕਰ ਦਿੰਦੇ ਹਾਂ ਔਰ ਉਹ ਸਾਡੇ ਆਧਾਰ ਕਾਰਡ ਪੈਨ ਕਾਰਡ ਤੇ ਚੜ ਜਾਂਦਾ ਹੈ, ਫਿਰ ਬੱਚੇ ਨੂੰ ਲੇਟਰ ਸੂਨਰ ਇਹ ਪ੍ਰੋਬਲਮ ਆਉਂਦੀ ਹੈ ਕਿ ਆਥੈਂਟਿਸਿਟੀ ਆਫ ਫੰਡਸ ਜੋ ਹੈ ਉਹ ਨਹੀਂ ਪ੍ਰੂਵ ਕਰ ਪਾਉਂਦਾ। ਤਾਂ ਇਸ ਲਈ ਫॉर ਮਈ ਤੁਸੀਂ ਅਪਲਾਈ ਕਰਨਾ ਹੈ, ਤੁਹਾਡੇ ਕੋਲ 2 ਮਹੀਨੇ ਹੈ, ਇਸ ਚੀਜ਼ ਤੇ ਅਸੀਂ ਵਰਕਆਊਟ ਕਰਨਾ ਹੈ। ਦਿਸ ਇਜ਼ ਦ ਫਾਈਲਿੰਗ ਵਰਕ ਜਿਹਨੂੰ ਅਸੀਂ ਐਕੂਰੇਟ ਕਰਕੇ ਉਸ ਟਾਈਮ ਤੱਕ ਬਣਾਉਣਾ ਹੈ। ਹਾਂ, ਇਹ ਨਹੀਂ ਕਰਨਾ ਕਿ ਪਹਿਲੇ ਆਫਰ ਆ ਗਿਆ, LOA ਆ ਗਿਆ, ਸਭ ਕੁਝ ਤਿਆਰ ਹੈ, ਫਾਈਲ ਲਾਉਣ ਲਈ ਉਸ ਤੋਂ ਬਾਅਦ ਡਾਕੂਮੈਂਟ ਲੈਣ ਗਏ ਤਾਂ 10 ਲਿਸਟ ਹੈ, ਡਾਕੂਮੈਂਟ ਹੀ 2 ਹੈ ਸਾਡੇ ਕੋਲ ਜੀ, 8 ਤਾਂ ਬਣਾਉਣੇ ਹੈ, ਤਾਂ ਫਿਰ ਉਹ ਤੁਹਾਡੇ ਲਈ ਜੋ ਹੈ ਜਾਂ ਤੁਹਾਡਾ ਰਿਫਿਊਜ਼ ਹੋਊਗਾ ਜਾਂ ਤੁਹਾਨੂੰ ਇਨਟੇਕ ਡੈਫਰ ਕਰਨਾ ਪੈਂਦਾ ਔਰ ਬੱਚੇ ਦਾ ਗੈਪ ਜੋ ਹੈ ਬਿਨਾਂ ਕਿਸੇ ਗੱਲ ਤੋਂ ਫਿਰ ਖੜਾ ਹੋ ਜਾਂਦਾ। ਬੱਚਾ ਇਹ ਨਹੀਂ ਲਿਖ ਸਕਦਾ ਕਿ ਮੈਂ ਤਾਂ ਜੀ ਡਾਕੂਮੈਂਟ ਹੀ ਨਹੀਂ ਪੂਰੇ ਸੀਗੇ, ਡਾਕੂਮੈਂਟ ਬਣਾਉਣ ਚੱਲੇ ਹਾਂ। ਤਾਂ ਇਹ ਚੀਜ਼ਾਂ ਜੋ ਹੈ ਪਹਿਲੇ ਸੋਚਣੀਆਂ ਪੈਣਗੀਆਂ। ਐਕਚੁਅਲੀ ਸਾਰੀਆਂ ਚੀਜ਼ਾਂ ਜਿਹੜਾ ਦੱਸ ਰਿਹਾ ਉਹਦੇ ਐਕਸਪੀਰੀਅੰਸ 'ਤੇ ਵੀ ਡਿਪੈਂਡ ਕਰਦੀਆਂ। ਉਹਨੇ ਕਿੰਨੀ ਕੁ ਫਾਈਲਿੰਗ ਕੀਤੀ ਹੈ, ਕਿੰਨੇ ਕੁ ਵੀਜ਼ੇ ਲਏ ਆ, ਕਿ ਕਿੱਦਾਂ ਦੀ ਐਕਸਪੀਰੀਅੰਸ ਟੀਮ ਹੈ ਉਹਦੀ, ਕਿਉਂਕਿ ਜਿਹੜਾ ਹਾਲੇ ਆਪ ਸਿੱਖ ਰਿਹਾ ਹੈ ਉਹ ਤੁਹਾਨੂੰ ਵੀ ਸਿੱਖ ਕੇ ਹੀ ਫਿਰ ਦੱਸੂਗਾ। ਜਿਹੜਾ ਆਲਰੇਡੀ ਐਕਸਪੀਰੀਅੰਸਡ ਹੈ ਉਹ ਆਪਣੇ ਐਕਸਪੀਰੀਅੰਸ ਸਦਕੇ ਹਰ ਇੱਕ ਚੀਜ਼ ਤੁਹਾਨੂੰ ਪਹਿਲਾਂ ਹੀ ਗਾਈਡ ਕਰ ਦਿੰਦਾ ਵੀ ਅੱਗੋਂ ਆਹ ਚੀਜ਼ਾਂ ਦੀ ਲੋੜ ਪੈਣੀ ਹੈ, ਇਹਨੂੰ ਪ੍ਰਿਪੇਅਰ ਕਰ ਲਓ ਤਾਂ ਕਿ ਤੁਹਾਡਾ ਜਿਹੜਾ ਇਨਟੇਕ ਹੈ ਉਹ ਮਿਸ ਨਾ ਹੋ ਜਾਵੇ। ਜਿਵੇਂ ਦੱਸਿਆ ਗੌਰਵ ਜੀ ਨੇ ਵੀ ਜ਼ਿਆਦਾਤਰ ਦੇਖਿਆ ਗਿਆ ਵੀ ਇਨਟੇਕ ਫਾਈਲ ਪੂਰੀ ਨਾ ਹੋਣ ਕਰਕੇ, ਕਾਗਜ਼ ਤਿਆਰ ਨਾ ਹੋਣ ਕਰਕੇ ਮਿਸ ਹੋ ਜਾਂਦੇ ਆ। ਸੋ ਉਹੋ ਜਿਹੇ ਨਾ ਹੋਣ, ਐਕਸਪੀਰੀਅੰਸ ਕੰਸਲਟੈਂਟ ਦੁਆਰਾ ਹੀ ਅਪਲਾਈ ਕੀਤਾ ਜਾਵੇ। ਅਸੀਂ ਹਰ ਵਾਰ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ। ਜਿਹੜੇ ਐਕਸਪਰਟ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਐਕਸਪੀਰੀਅੰਸ ਛੱਡ ਕੇ ਜਿਹੜੇ ਬੱਚਿਆਂ ਨੇ ਸਰਵਿਸਿਜ਼ ਲਈਆਂ, ਵੀਜ਼ਾਜ਼ ਲਏ, ਇਹਨਾਂ ਦੀ ਟੀਮ ਬਾਰੇ ਕੀ ਕਹਿਣਾ ਉਹਨਾਂ ਦਾ, ਆਓ ਮਿਲ ਕੇ ਜਾਣਦੇ ਹਾਂ। ਮਾਈ ਨੇਮ ਇਜ਼ ਲਵਪ੍ਰੀਤ ਕੌਰ ਅਤੇ ਮੈਂ ਆਪਣੀ BTech 2018 ਵਿੱਚ ਪਾਸ ਆਊਟ ਕੀਤੀ। ਉਸ ਤੋਂ ਬਾਅਦ ਮੈਂ IELTS ਕੀਤੀ, ਜਿਹਦੇ ਵਿੱਚੋਂ ਮੇਰੇ ਓਵਰਆਲ 6 ਤੇ ਇੱਕ ਮੋਡਿਊਲ ਵਿੱਚੋਂ 5.5 ਬੈਂਡ ਸੀ। ਉਸ ਤੋਂ ਬਾਅਦ ਮੈਂ ਕਿਸੇ ਹੋਰ ਏਜੰਟ ਕੋਲੋਂ ਫਾਈਲ ਅਪਲਾਈ ਕੀਤੀ ਬਟ ਮੇਰਾ ਕੇਸ ਰਿਫਿਊਜ਼ ਹੋ ਗਿਆ ਐਂਡ ਉਸ ਤੋਂ ਬਾਅਦ ਮੈਂ ਇੱਕ ਦਿਨ TV ਵਿੱਚ ਸੈਟਲਿੰਗ ਅਬਰੋਡ ਦੀ ਐਡ ਦੇਖੀ ਅਤੇ ਉਸ ਤੋਂ ਬਾਅਦ ਮੈਂ ਇੱਥੇ ਵਿਜ਼ਿਟ ਕੀਤਾ ਅਤੇ ਪ੍ਰਿਯੰਕਾ ਮੈਮ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਉਸ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ। ਮੇਰਾ ਨਾਮ ਰਜਨੀਸ਼ ਸ਼ਰਮਾ ਹੈ, ਮੈਂ ਹਿਮਾਚਲ ਦੀ ਉਹਨਾਂ ਦੀ ਰਹਿਣ ਵਾਲੀ ਹਾਂ। ਮੇਰੇ ਬੇਟੇ ਦੀ ਮੈਰਿਜ 2018 ਦੇ ਵਿੱਚ ਹੋਈ ਸੀ। ਮੇਰੀ ਬੇਟੀ ਬਹੁਤ ਦੀ ਇੱਛਾ ਸੀਗੀ ਕਿ ਮੈਂ UK ਦੇ ਵਿੱਚ ਸਟੱਡੀ ਕਰਨੀ ਹੈ ਅਤੇ ਉੱਥੇ ਸੈਟਲ ਹੋਣਾ ਹੈ, ਅਤੇ ਇਸੇ ਕਰਕੇ ਤੇ ਫਿਰ ਅਸੀਂ TV ਦੇ ਵਿੱਚ ਨਾ ਸੈਟਲਿੰਗ ਪ੍ਰੋਗਰਾਮ ਦੀ ਐਡ ਪੜ੍ਹੀ ਸੀ। ਅਸੀਂ ਫਿਰ ਆ ਕੇ ਇਹਨਾਂ ਨੂੰ ਮਿਲਣ ਤੋਂ ਬਾਅਦ ਕਾਫੀ ਅੱਛੀ ਤਰ੍ਹਾਂ ਨਾਲ ਸਾਨੂੰ ਗਾਈਡ ਕੀਤਾ, ਦੱਸਿਆ। ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜੋ ਇਹਨਾਂ ਨੇ ਡਾਕੂਮੈਂਟਸ ਮੰਗੇ, ਜਿਸ ਤਰ੍ਹਾਂ ਦੇ ਮੰਗੇ ਸੀ ਉਸ ਤਰ੍ਹਾਂ ਸਾਰੇ ਪੂਰੇ ਡਾਕੂਮੈਂਟ ਦੇਖ ਕੇ ਅਤੇ ਮੇਰੀ ਬੇਟੀ ਦਾ ਵੀਜ਼ਾ ਆ ਗਿਆ। ਅਤੇ ਵੀਜ਼ੇ ਤੋਂ ਬਾਅਦ ਮੇਰੇ ਬੇਟੇ ਦਾ ਰਹਿ ਗਿਆ ਸੀਗਾ ਅਤੇ ਫਿਰ ਅੱਜ ਉਹਨਾਂ ਦੇ ਬੇਟੇ ਦਾ ਵੀ ਵੀਜ਼ਾ ਲੱਗ ਗਿਆ ਅਤੇ ਉਹ ਵੀ ਜਾ ਰਿਹਾ ਹੈ। ਮੈਂ ਬਹੁਤ ਖੁਸ਼ ਹਾਂ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਮਨ ਸਿੰਘ ਆ, ਮੈਂ ਅਹਿਮਦਗੜ੍ਹ ਮੰਡੀ ਦਾ ਰਹਿਣ ਵਾਲਾ ਹਾਂ। ਲਾਸਟ ਈਅਰ ਮੇਰੀ ਵਾਈਫ ਨੇ ਵੀਜ਼ਾ ਗਾਰਡ ਕੀਤਾ ਸੀ, ਦੈਨ ਉਦੋਂ ਬਾਅਦ 'ਚੋਂ ਕੋਵਿਡ ਕਰਕੇ ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਈ। ਉਸ ਤੋਂ ਬਾਅਦ ਮੈਂ TV ਤੇ ਸ਼ੋਅ ਚੱਲ ਰਿਹਾ ਸੀਗਾ ਸੈਟਲਿੰਗ ਅਬਰੋਡ ਦਾ, ਮੈਂ ਤਾਂ ਉਹ ਤੋਂ ਅੱਛਾ ਕੀਤਾ। ਦੈਨ ਉਦੋਂ ਬਾਅਦ 'ਚ ਮੇਰੀ ਗੱਲ ਅਮਨ ਸਰ ਨਾਲ ਹੋਈ ਅਤੇ ਉਸ ਤੋਂ ਬਾਅਦ ਅਮਨ ਸਰ ਨੇ ਮੈਨੂੰ ਵਧੀਆ ਗਾਈਡ ਕੀਤਾ। ਉਸ ਤੋਂ ਬਾਅਦ ਇਹਨਾਂ ਦੀ ਪ੍ਰੋਸੈਸਿੰਗ ਹੋ ਗਿਆ। ਦੈਨ ਵਿਦਿਨ 1 ਮੰਥ ਦੇ ਵਿੱਚ ਮੇਰਾ ਵੀਜ਼ਾ ਆ ਗਿਆ। ਦੈਨ ਆਈ ਐਮ ਵੈਰੀ ਹੈਪੀ। ਥੈਂਕ ਯੂ ਅਮਨ ਸਰ। ਸੋ ਇਹ ਸੀਗੇ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਤੁਸੀਂ ਵੀ ਸੈਟਲਿੰਗ ਅਬਰੋਡ ਤੋਂ ਕੋਈ ਸਰਵਿਸ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਬਟ ਗੌਰਵ ਜੀ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।